ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਇਸ ਖਾਸ ਪ੍ਰੋਗਰਾਮ ਦੇ ਵਿੱਚ, ਜਿਹਦੇ ਵਿੱਚ ਅਸੀਂ ਗੱਲ ਕਰਾਂਗੇ ਇੱਕ ਅਨੋਖੇ ਸਾਕੇ ਦੀ। ਅਸੀਂ ਆਮ ਤੌਰ ਤੇ ਗੁਰਬਾਣੀ ਦੀਆਂ ਪੰਕਤੀਆਂ ਪੜ੍ਹਦੇ ਹਾਂ, ਸੁਣਦੇ ਹਾਂ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ ਖੇਤ। ਸੱਚਮੁੱਚ ਹੀ ਉਹਨਾਂ ਸੂਰਮਿਆਂ ਦੀ ਅਸੀਂ ਗੱਲ ਕਰਦੇ ਰਹਿੰਦੇ ਹਾਂ, ਉਹਨਾਂ ਸੂਰਮਿਆਂ ਦਾ ਇਤਿਹਾਸ ਅਸੀਂ ਸੁਣਦੇ ਰਹਿੰਦੇ ਹਾਂ ਜਿਨ੍ਹਾਂ ਨੇ ਆਪਣੇ ਧਰਮ ਅਸਥਾਨਾਂ ਦੀ ਰਾਖੀ ਦੇ ਲਈ ਆਪਣੇ ਜੀਵਨ ਕੁਰਬਾਨ ਕਰ ਦਿੱਤੇ। ਜੇ ਅਸੀਂ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਪੁਰਾਤਨ ਸਮੇਂ ਵਾਂਗ ਹੀ ਸਿੱਖ ਸਦਾ ਹੀ ਵਰਤਮਾਨ ਸਮੇਂ ਵਿੱਚ ਵੀ ਗੁਰੂ ਇਤਿਹਾਸ, ਗੁਰੂ ਅਸਥਾਨਾਂ ਦੇ ਲਈ ਕੁਰਬਾਨੀਆਂ ਕਰਨ ਲਈ ਤਿਆਰ ਬਰ ਤਿਆਰ ਰਹਿੰਦੇ ਨੇ। ਇਹ ਜਿਹੜੇ ਦਿਨ ਚੱਲ ਰਹੇ ਨੇ, ਇਹਨਾਂ ਦਿਨਾਂ ਨੇ ਉਹ ਕੀਤਾ ਜੋ ਕਿ ਸਿੱਖ ਇਤਿਹਾਸ ਵਿੱਚ ਕਦੇ ਨਾ ਭੁਲਾਏ ਜਾਣ ਜੋ ਵਾਲਾ ਸਾਕਾ ਹੈ। ਮੇਰੀ ਮੁਰਾਦ ਸਾਕਾ ਨੀਲਾ ਤਾਰਾ, ਜਿਸ ਨੂੰ ਕਿ ਆਰਮੀ ਨੇ ਆਪਰੇਸ਼ਨ ਬਲੂ ਸਟਾਰ ਦਾ ਨਾਮ ਦਿੱਤਾ, ਪਰ ਅਸੀਂ ਇਸ ਨੂੰ ਸਿੱਖ ਇਤਿਹਾਸ ਤੇ, ਸਿੱਖ ਅਸਥਾਨ ਤੇ ਅਤੇ ਸਿੱਖ ਧਰਮ ਤੇ ਹੋਇਆ ਇੱਕ ਬਹੁਤ ਵੱਡਾ ਹਮਲਾ ਮੰਨਦੇ ਹਾਂ। ਜਦੋਂ ਇਹ ਹਮਲਾ ਹੋਇਆ ਉਸ ਵੇਲੇ ਬਹੁਤ ਸਾਰੇ ਚਸ਼ਮਦੀਦ ਸਨ ਜਿਹੜੇ ਅੱਜ ਵੀ ਮੌਜੂਦ ਨੇ, ਜਿਨ੍ਹਾਂ ਨੇ ਇਹ ਸਾਰਾ ਕੁਝ ਅੱਖੀ ਡਿੱਠਾ। ਅਸੀਂ ਆਮ ਤੌਰ ਤੇ ਕਹਿੰਦੇ ਹਾਂ ਕਿ ਨੌਜਵਾਨਾਂ ਨੂੰ ਸਿੱਖ ਇਤਿਹਾਸ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਪੁਰਾਣਾ ਸਿੱਖ ਇਤਿਹਾਸ ਦਾ ਅਸੀਂ ਸੁਣਿਆ ਹੀ ਸੀ ਕਿ ਕਿਵੇਂ ਭਾਈ ਤਾਰੂ ਸਿੰਘ ਜੀ ਨੇ ਖੋਪਰੀ ਲੋਹਾਈ, ਕਿਵੇਂ ਭਾਈ ਮਨੀ ਸਿੰਘ ਜੀ ਨੇ ਬੰਦ ਕਟਾਏ। ਪਰ ਜੇ ਅਸੀਂ ਬਹੁਤੀ ਦੂਰ ਨਾ ਜਾਈਏ, ਅਸੀਂ 1984 ਦੀ ਗੱਲ ਹੀ ਕਰ ਲਈਏ ਤਾਂ ਕਿਸ ਪ੍ਰਕਾਰ ਸਿੱਖਾਂ ਤੇ ਤਸ਼ੱਦਦ ਹੋਏ, ਇਹ ਇੱਕ ਇਹੋ ਜਿਹਾ ਅਣਡਿੱਠਾ ਚੈਪਟਰ ਬਣਿਆ ਪਿਆ ਹੈ। ਹਾਲਾਂਕਿ ਇਹਦੇ ਚਸ਼ਮਦੀਦ ਅੱਜ ਮੌਜੂਦ ਨੇ। ਅਸੀਂ ਕੋਸ਼ਿਸ਼ ਕਰਾਂਗੇ ਕੁਝ ਵਰਕੇ ਫਰੋਲਣ ਦੇ ਸਾਕਾ ਨੀਲਾ ਤਾਰਾ ਦੇ। ਸਾਡੇ ਨਾਲ ਮੌਜੂਦ ਨੇ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਸੁਰਿੰਦਰ ਸਿੰਘ ਜੀ ਜੋਧਪੁਰੀ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਜਿਵੇਂ ਕਿ ਮੈਂ ਭੂਮਿਕਾ ਵਿੱਚ ਥੋੜਾ ਜਿਹਾ ਦਰਸ਼ਕਾਂ ਨੂੰ ਜਾਣੂ ਕਰਵਾ ਹੀ ਦਿੱਤਾ ਕਿ ਜੋ ਸਾਕਾ ਨੀਲਾ ਤਾਰਾ ਆਪਰੇਸ਼ਨ ਬਲੂ ਸਟਾਰ ਆਰਮੀ ਨੇ ਨਾਂ ਦਿੱਤਾ, ਅਸੀਂ ਇਸ ਨੂੰ ਇੱਕ ਸਿੱਖ ਅਸਥਾਨ ਜਿਹੜਾ ਕਿ ਸਾਡੇ ਸਿੱਖਾਂ ਦਾ ਕੇਂਦਰੀ ਅਸਥਾਨ ਸੀ ਸ੍ਰੀ ਦਰਬਾਰ ਸਾਹਿਬ, ਉਸ ਤੇ ਹਮਲਾ ਮੰਨਦੇ ਹਾਂ, ਸਿੱਖਾਂ ਦੀ ਆਣ ਤੇ ਹਮਲਾ ਮੰਨਦੇ ਹਾਂ, ਸਿੱਖਾਂ ਦੀ ਸ਼ਾਨ ਤੇ ਹਮਲਾ ਮੰਨਦੇ ਹਾਂ। ਤੁਸੀਂ ਕੀ ਸਮਝਦੇ ਹੋ ਕਿ ਇਹ ਸਾਰਾ ਜਿਹੜਾ ਪਲਾਨ ਕਿਵੇਂ ਹੋਇਆ ਹੋਏਗਾ? ਕਿਸ ਪ੍ਰਕਾਰ ਇੱਕ ਗਵਰਨਮੈਂਟ ਨੇ ਇਹ ਸੋਚ ਲਿਆ ਕਿ ਇੱਕ ਧਰਮ ਦੇ ਕੇਂਦਰੀ ਅਸਥਾਨ ਨੂੰ ਹੀ ਅਸੀਂ ਜਿਹੜਾ ਢਾਹ ਢੇਰੀ ਕਰ ਦੇਣਾ ਹੈ? ਗੁਰੂ ਸਾਹਿਬਾਂ ਦੀ ਬਾਣੀ ਫਰਮਾਨ ਕਰਦੀ ਹੈ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਜੀ ਨਾਨਕ ਅਵਰ ਨਾ ਜੀਵੈ ਕੋਈ। ਜਿਨ੍ਹਾਂ ਦੇ ਅੰਦਰ ਸਾਹਿਬਾਂ ਦੀ ਬਾਣੀ ਵਸਦੀ ਹੈ ਉਹ ਗੁਰੂ ਸਾਹਿਬਾਂ ਵਾਸਤੇ ਹਮੇਸ਼ਾ ਹੀ ਆਪਣਾ ਆਪ ਵਾਰਨ ਨੂੰ ਤਿਆਰ ਰਹਿੰਦੇ ਨੇ। ਅਤੇ ਜਿਨ੍ਹਾਂ ਦੇ ਅੰਦਰ ਬਾਣੀ ਨਹੀਂ ਵਸਦੀ, ਜਿਨ੍ਹਾਂ ਨੇ ਕਦੀ ਬਾਣੀ ਪੜ੍ਹੀ ਨਹੀਂ ਅਤੇ ਜਿਨ੍ਹਾਂ ਨੇ ਬਾਣੀ ਦੀਆਂ ਤੁਕਾਂ ਨੂੰ ਇੱਧਰ ਉੱਧਰ ਕੀਤਾ, ਉਹਨਾਂ ਨੇ ਗੁਰੂ ਸਾਹਿਬਾਂ ਦੇ ਉੱਪਰ ਆਪਾ ਵਾਰਨ ਦੀ ਕਦੀ ਗੱਲ ਵੀ ਨਹੀਂ ਸੋਚੀ ਹੋਣੀ ਜੀ। ਤਾਂ ਉਹਦੇ ਵਿੱਚ ਇਹ ਸੀ ਕਿ ਇੱਕ ਪਾਸੇ ਸਰਦਾਰ ਸਨ ਤੇ ਇੱਕ ਪਾਸੇ ਗਦਾਰ ਸਨ। ਤਾਂ ਇਹਨਾਂ ਨੇ ਤਾਂ ਖੁਦ ਇਹ ਸਾਰਾ ਕੁਝ ਤਿਆਰ ਕਰਵਾਇਆ ਸੰਤਾਂ ਦੇ ਵਿਰੁੱਧ, ਵੀ ਸੰਤਾਂ ਨੂੰ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਖਤਮ ਕਰਨਾ ਹੈ। ਅਤੇ ਜਿਹੜੇ ਸ਼ਹੀਦ ਹੁੰਦੇ ਹਨ ਉਹ ਹਮੇਸ਼ਾ ਧਰਮ ਵਾਸਤੇ ਸ਼ਹੀਦ ਹੁੰਦੇ ਹਨ, ਅਤੇ ਸ਼ਹੀਦੀ ਦਾ ਤੋਹਫਾ ਜਿਹੜਾ ਵਾਹਿਗੁਰੂ ਅਕਾਲ ਪੁਰਖ ਦੇ ਚਰਨਾਂ 'ਚ ਜਾ ਕੇ ਰੱਖਦੇ ਹਨ। ਅਤੇ ਜਿਹੜੇ ਸ਼ਹੀਦ ਹੁੰਦੇ ਹਨ ਜਦੋਂ ਚਾਹੁਣ ਇਹ ਧਰਤੀ 'ਤੇ ਆ ਸਕਦੇ ਹਨ, ਅਤੇ ਜਦੋਂ ਮਰਜ਼ੀ ਇਹ ਸ਼ਹੀਦੀ ਦਾ ਤੋਹਫਾ ਇਸ ਸੰਸਾਰ ਦੇ ਵਿੱਚ ਸ਼ਹੀਦੀ ਦੇ ਕੇ ਉਹਦਾ ਤੋਹਫਾ ਜਿਹੜਾ ਵਾਹਿਗੁਰੂ ਅਕਾਲ ਪੁਰਖ ਦੇ ਚਰਨਾਂ 'ਚ ਰੱਖਦੇ ਹੁੰਦੇ ਜੀ। ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਸੰਤ ਜਿਹੜੇ ਸੀ ਉਹਨਾਂ ਵਿੱਚ ਕੁਰਬਾਨ ਹੋਣ ਦੀ ਭਾਵਨਾ ਸੀ ਤੇ ਉਸ ਭਾਵਨਾ ਦਾ ਗਲਤ ਫਾਇਦਾ ਉਠਾਇਆ ਗਿਆ। ਤੁਹਾਨੂੰ ਨਹੀਂ ਲੱਗਦਾ ਕਿ ਜੀ ਉਸ ਵੇਲੇ ਸੱਚਮੁੱਚ ਜਿਵੇਂ ਤੁਸੀਂ ਕਿਹਾ ਕਿ ਗਵਰਨਮੈਂਟ ਦਾ ਪਲਾਨ ਘੱਟ ਸੀ, ਆਪਣਿਆਂ ਦਾ ਪਲਾਨ ਜ਼ਿਆਦਾ ਸੀ ਸੰਤਾਂ ਨੂੰ ਥੱਲੇ ਲਾਉਣ ਵਾਸਤੇ, ਤੇ ਐਡੀ ਵੱਡੀ ਜਿਹੜੀ ਹੈ ਅਣਹੋਣੀ ਨੂੰ ਜਿਹੜਾ ਉਹ ਸਹੀ ਕਰਾਰ ਦੇਣ ਦੇ ਲਈ ਦਸਤਖਤ ਵੀ ਕੀਤੇ ਗਏ ਸਾਡੇ ਆਪਣਿਆਂ ਵੱਲੋਂ? ਆਪਣੇ ਵੱਲੋਂ ਦਸਤਖਤ ਕੀਤੇ ਗਏ। ਬਕਾਇਦਾ ਚਿੱਠੀ ਹੈ ਜਿਹੜੀ ਆਰ ਕੇ ਧਵਨ ਨੂੰ ਲਿਖੀ ਗਈ, ਉਹਦੇ ਵਿੱਚ ਇਹਨਾਂ ਨੇ ਉਹਦੇ ਨਾਲ ਮੀਟਿੰਗ ਕੀਤੀ ਹੈ ਪਹਿਲੋਂ, ਅਤੇ ਇਹਨਾਂ ਨੂੰ ਸੰਤਾਂ ਨੂੰ ਬਦਨਾਮ ਕਰਨ ਵਾਸਤੇ ਇਹਨਾਂ ਨੇ ਬੱਸਾਂ 'ਚੋਂ ਵੀ ਲਾ ਕੇ ਦੂਸਰੇ ਇੱਕ ਫਿਰਕੇ ਦੇ ਬੰਦਿਆਂ ਨੂੰ ਮਾਰਿਆ ਗਿਆ, ਜਦ ਕਿ ਉਹਦੇ ਵਿੱਚ ਸੰਤਾਂ ਦਾ ਕੋਈ ਹੱਥ ਨਹੀਂ ਸੀ। ਉਹਦੇ ਵਿੱਚ ਇਹਨਾਂ ਦਾ ਆਪਣਾ ਹੱਥ ਸੀ, ਸਰਕਾਰ ਦਾ ਹੱਥ ਸੀ ਵੀ ਸੰਤਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਬਦਨਾਮ ਕੀਤਾ ਜਾਵੇ। ਬਦਨਾਮ ਕਰਕੇ ਸੰਤਾਂ ਜਾਂ ਤਾਂ ਸੰਤ ਇੱਥੋਂ ਨਿਕਲ ਜਾਣਗੇ ਜਾਂ ਫਿਰ ਸੰਤਾਂ ਨੂੰ ਇੱਥੇ ਹੀ ਖਤਮ ਕੀਤਾ ਜਾ ਸਕੇਗਾ ਜੀ। ਜਿਵੇਂ ਤੁਸੀਂ ਕਹਿ ਦਿੱਤਾ ਕਿ ਕਈ ਗੱਲਾਂ ਜਿਹੜੀਆਂ ਨੇ ਘਟਨਾਵਾਂ ਹੋ ਜਾਂਦੀਆਂ ਸੀ ਪਰ ਸੰਤਾਂ ਦਾ ਉਹਨਾਂ ਨਾਲ ਕੋਈ ਕਨੈਕਸ਼ਨ ਨਹੀਂ ਸੀ ਹੁੰਦਾ। ਜੇ ਅਸੀਂ ਕਿਉਂਕਿ ਮੇਨ ਜਿਹੜਾ ਗਵਰਨਮੈਂਟ ਦੇ ਅਕੋਰਡਿੰਗ ਉਹ ਕਹਿ ਰਹੇ ਨੇ ਕਿ ਉਹਨਾਂ ਦਾ ਜੋ ਹੁਣ ਤੱਕ ਸਪਸ਼ਟੀਕਰਨ ਦਿੱਤਾ ਜਾਂਦਾ ਹੈ ਕਿ ਅਸੀਂ ਤਾਂ ਅੱਤਵਾਦੀਆਂ ਨੂੰ ਖਤਮ ਕੀਤਾ ਸੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਕੇ। ਤਾਂ ਤੁਸੀਂ ਇਹ ਤਾਂ ਗਵਰਨਮੈਂਟ ਦਾ ਪਲਾਨ ਸੀ, ਤੁਸੀਂ ਜਿਵੇਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਅੱਖੀਂ ਡਿੱਠਾ ਹੈ, ਤੁਹਾਨੂੰ ਕੀ ਲੱਗਦਾ ਕਿ ਸੰਤਾਂ ਦੀ ਸ਼ਖਸੀਅਤ ਨੂੰ ਜਿਸ ਪ੍ਰਕਾਰ ਪੇਸ਼ ਕੀਤਾ ਗਿਆ, ਅੱਜ ਸੋਸ਼ਲ ਮੀਡੀਆ ਦਾ ਸਮਾਂ, ਅੱਜ ਬਹੁਤ ਕੁਝ ਗਲਤ ਪੇਸ਼ ਕਰ ਦਿੱਤਾ ਜਾਂਦਾ। ਉਦੋਂ ਤਾਂ ਮੀਡੀਆ ਇੰਨਾ ਹੈ ਨਹੀਂ ਸੀ, ਇਲੈਕਟ੍ਰੋਨਿਕ ਮੀਡੀਆ ਬਹੁਤ ਘੱਟ ਸੀ, ਤਾਂ ਇੱਕ ਨਾਪੀ ਤੋਲੀ ਸਾਜ਼ਿਸ਼ ਦੇ ਤਹਿਤ ਹੀ ਸਾਰਾ ਕੁਝ ਹੋਇਆ। ਇਹ ਇੱਕ ਸਾਜ਼ਿਸ਼ ਸੀ। ਇਹਨਾਂ ਨੂੰ ਉਹ ਸਮਾਂ ਭੁੱਲ ਗਿਆ ਜਦੋਂ ਸਿੱਖ ਜਿਹੜੇ ਸੀ ਇਹਨਾਂ ਦੀਆਂ ਧੀਆਂ ਭੈਣਾਂ ਨੂੰ ਛੁਡਾ ਕੇ ਲਿਆਉਂਦੇ ਸਨ
ਉਦੋਂ ਵੀ ਇਹੋ ਹੀ ਸਿੱਖ ਸਨ ਜਿਨ੍ਹਾਂ ਨੂੰ ਹੁਣ ਇਹ ਅੱਤਵਾਦੀ ਕਹਿੰਦੇ ਨੇ। ਕਿ ਉਦੋਂ ਜਦੋਂ ਇਹ ਛਡਾ ਕੇ ਲਿਆਉਂਦੇ ਸਨ ਉਦੋਂ ਅੱਤਵਾਦੀ ਨਹੀਂ ਸਨ ਜੀ? ਕਿ ਉਦੋਂ ਇਹ ਸ਼ਹੀਦੀਆਂ ਜਿਹੜੀਆਂ ਦੇਣੀਆਂ ਸੀ, ਜਿਹੜੇ ਛਡਾ ਕੇ ਲਿਆਉਣਾ ਕਿਸੇ ਨੂੰ ਜਾਨ ਤਲੀ ਤੇ ਧਰ ਕੇ ਜਾਣਾ ਪੈਂਦਾ ਸੀ ਤਾਂ ਹੀ ਛਡਾ ਕੇ ਲਿਆਉਂਦੇ ਸਨ। ਪਤਾ ਨਹੀਂ ਕਿਹਦੀ ਸ਼ਹੀਦੀ ਹੋ ਜਾਣੀ ਹੈ, ਕਿੰਨੇ ਉੱਥੇ ਰਹਿ ਜਾਣਾ, ਕਿੰਨੇ ਫਸ ਜਾਣਾ, ਇਹ ਕੋਈ ਛੋਟੀਆਂ ਗੱਲਾਂ ਨਹੀਂ। ਤੇ ਜੇ ਅਸੀਂ ਹੁਣ ਸਮੇਂ ਦੇ ਵਿੱਚ ਜੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਸਾਡੀਆਂ 99% ਸਾਡੀਆਂ ਸ਼ਹੀਦੀਆਂ ਨੇ ਕਿ ਅਸੀਂ ਅੱਤਵਾਦੀ? ਇਸ ਦੇਸ਼ ਦੀ ਖਾਤਰ ਸਾਡੇ ਗੁਰੂ ਸਾਹਿਬਾਂ ਨੇ ਸ਼ਹੀਦੀ ਦਿੱਤੀ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ, ਉਹਨਾਂ ਨੂੰ ਹਿੰਦ ਦੀ ਚਾਦਰ ਕਿਹਾ ਗਿਆ ਕਿ ਇਹਨਾਂ ਨੇ ਕਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਯਾਦ ਕੀਤਾ? ਸਗੋਂ ਉਲਟ ਕਹਿੰਦੇ ਨੇ ਉਹ ਵੀ ਅੱਤਵਾਦੀ ਨੇ। ਤੇ ਜੇ ਅੱਤਵਾਦੀ ਨਾ ਹੁੰਦੇ ਜਾਂ ਇਹ ਆਪਣਾ ਆਪ ਵਾਰਨ ਵਾਲੇ ਨਾ ਹੁੰਦੇ ਤਾਂ ਦੇਸ਼ ਵੀ ਅੱਜ ਆਜ਼ਾਦ ਨਾ ਹੁੰਦਾ। ਬਿਲਕੁਲ ਜੀ, ਤੁਹਾਡੀ ਗੱਲ। ਤੇ ਇਹ ਸਭ ਕੁਝ ਜੋ ਕੁਝ ਵੀ ਹੈ ਇਹਨਾਂ ਦੀ ਗਿਣੀਆਂ ਮਿੱਥੀਆਂ ਸਾਜ਼ਿਸ਼ਾਂ ਨੇ। ਉਹਦੇ ਵਿੱਚ ਮੈਂ ਸੈਂਟਰ ਸਰਕਾਰ ਦਾ ਇਕੱਲਾ ਹੱਥ ਨਹੀਂ ਮੰਨਾਂਗਾ, ਨਾ ਉਹਨਾਂ ਦੀ ਇਕੱਲੀ ਸੋਚ ਮੰਨਾਂਗਾ। ਇਹ ਜਿਸ ਤਰ੍ਹਾਂ ਘਰ ਦਾ ਭੇਤੀ ਕੋਈ ਲੰਕਾ ਢਾਉਣ ਵਾਲਾ ਹੁੰਦਾ ਨਾ, ਇਹ ਲੋਕ ਸਾਡੇ ਨਾਲ ਉਹ ਰਲੇ ਹੋਏ ਨੇ ਸਿੱਖ ਬਾਣੇ ਦੇ ਵਿੱਚ ਜੀ। ਇਹ ਤਾਂ ਹੁਣ ਹੋ ਗਿਆ, ਜਿਹੜਾ ਪਹਿਲਾਂ ਹਮਲੇ ਤੋਂ ਪਹਿਲਾਂ ਦੀ ਅਸੀਂ ਰੂਪਰੇਖਾ ਬਣਾਈ ਹੈ ਕਿ ਕਿਸ ਪ੍ਰਕਾਰ ਜਿਹੜਾ ਹਮਲੇ ਦੀ ਸਾਜ਼ਿਸ਼ ਹੋਈ, ਕਿਸ ਪ੍ਰਕਾਰ ਅੰਜਾਮ ਦਿੱਤਾ ਗਿਆ। ਕੁਝ ਆਪਣਿਆਂ ਨੇ ਸਾਈਨ ਕੀਤੇ, ਕੁਝ ਬਾਹਰਲਿਆਂ ਨੇ ਪਲਾਨ ਬਣਾਏ, ਕੁਝ ਸਿੱਖਾਂ ਪ੍ਰਤੀ ਨਫ਼ਰਤ ਜਿਹੜੀ ਆ ਉਹ ਸਾਹਮਣੇ ਆਈ ਇੱਕ ਖਾਸ ਤਬਕੇ ਦੀ। ਪਰ ਜੇ ਹੁਣ ਅਸੀਂ ਉਹ ਦਿਨ ਤੇ ਆ ਜਾਈਏ, ਹਮਲਾ ਹੋ ਗਿਆ ਦਰਬਾਰ ਸਾਹਿਬ, ਤੁਹਾਡੇ ਮਨ ਵਿੱਚ ਉਦੋਂ ਕੀ ਵਿਚਾਰ ਆਇਆ? ਤੁਸੀਂ ਇਹ ਸੁਣਿਆ ਕਿ ਫੌਜ ਨੇ ਚਾਰੇ ਪਾਸੇ ਤੋਂ ਆਣ ਕੇ ਦਰਬਾਰ ਸਾਹਿਬ ਨੂੰ ਘੇਰ ਲਿਆ? ਦੇਖੋ, ਆਪਣੇ ਜਦੋਂ ਸਾਡੇ ਦੁਆਲੇ ਹੋ ਜਾਣ ਆਣਕੇ ਜੀ, ਜਿਸ ਦੇਸ਼ ਦੀ ਖਾਤਰ ਸਰਹੱਦਾਂ ਦੇ ਉੱਪਰ ਸਿੱਖਾਂ ਨੇ ਲੜਾਈਆਂ ਲੜੀਆਂ ਜੀ, ਤੇ ਉਹਨਾਂ ਦੇ ਹੀ ਅਸਥਾਨ ਦੇ ਉੱਪਰ ਲਿਆ ਕੇ ਤੁਸੀਂ ਟੈਂਕ ਖਿਲਾਰ ਦਿਓ, ਜਾਂ ਪਹਿਲੋਂ ਕਮਾਂਡੋ ਵਾੜੇ ਇਹਨਾਂ ਨੇ 2 ਵਾਰਾਂ ਉਹ ਖਤਮ ਹੋਏ, ਫਿਰ ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਥਲ ਸੈਨਾ ਸੀ ਉਹ ਲਿਆ ਕੇ ਅੰਦਰ ਵਾੜੀ, ਉਹਦਾ ਨੁਕਸਾਨ ਹੋਇਆ। ਉਸ ਤੋਂ ਬਾਅਦ ਇਹਨਾਂ ਨੇ ਹੋਰ ਕੁਝ ਨਹੀਂ ਲੱਭਾ ਤੇ ਇਹਨਾਂ ਨੇ ਤਰਬੰਦ ਗੱਡੀਆਂ ਲਿਆਂਦੀਆਂ, ਉਹ ਵੀ ਜੇ ਖਤਮ ਹੋਈ। ਉਸ ਤੋਂ ਬਾਅਦ ਇਹਨਾਂ ਨੇ ਟੈਂਕ ਅੰਦਰ ਵਾੜੇ ਕਿ ਇੰਨਾ ਹੀ ਖਤਰਨਾਕ ਸੀ ਕੰਮ ਅੰਦਰ, ਇੰਨਾ ਹੀ ਹਥਿਆਰ ਸੀ ਅੰਦਰ ਵੀ ਇਹਨਾਂ ਨੂੰ ਇਹ ਚੀਜ਼ਾਂ ਕਰਨੀਆਂ ਪਈਆਂ। ਇਹਨਾਂ ਨੇ ਇੱਕ ਮੰਚ ਧਾਰਿਆ ਹੋਇਆ ਸੀ। ਇਹਦੇ ਵਿੱਚ ਸਾਰਿਆਂ ਤੋਂ ਵੱਡੀ ਜਿਹੜੀ ਸਾਜ਼ਿਸ਼ ਸੀ ਉਹ ਅਕਾਲੀ ਦਲ ਦੀ ਸੀ, ਜਿਹਨੂੰ ਖਾਲੀ ਦਲ ਕਿਹਾ ਜਾਂਦਾ। ਇਹਨਾਂ ਦੇ ਕਹਿਣ ਤੇ ਹੀ ਸਭ ਕੁਝ ਕੀਤਾ ਗਿਆ। ਨਹੀਂ ਤਾਂ ਮੈਨੂੰ ਨਹੀਂ ਲੱਗਦਾ ਵੀ ਇੱਕ ਪਾਰਟੀ ਜਿਹੜੀ ਉਹ ਕਹੇ ਵੀ ਨਹੀਂ ਇਹ ਹੁਣ ਹਮਲਾ ਕਰ ਦਿਓ ਤੇ ਇਹਨਾਂ ਸਾਰਿਆਂ ਨੂੰ ਖਤਮ ਕਰ ਦਿੱਤਾ ਜਾਵੇ। ਜੇ ਇੱਕ ਪਾਰਟੀ ਜਿਹੜੀ, ਕਿਉਂਕਿ ਮੈਂ ਕਿਸੇ ਪਾਰਟੀ ਨਾਲ ਲਿੰਕ ਨਹੀਂ ਰੱਖਦਾ, ਮੈਂ ਆਪਣੇ ਵਿਚਾਰ ਰੱਖਦਾ। ਜੇ ਇੱਕ ਪਾਰਟੀ ਜਿਹੜੀ ਹੈ ਸਾਨੂੰ ਵੱਡੇ ਵੱਡੇ ਅਹੁਦਿਆਂ ਤੇ ਪਹੁੰਚਾ ਸਕਦੀ ਹੈ, ਸਾਡਾ ਸਿੱਖ ਹੋ ਕੇ ਰਾਸ਼ਟਰਪਤੀ ਸਿੱਖ ਬਣੇ, ਸਾਡਾ ਗ੍ਰਹਿ ਮੰਤਰੀ ਸਿੱਖ ਬਣੇ, ਆਰਮੀ ਦਾ ਜਰਨੈਲ ਸਿੱਖ ਬਣੇ, ਤੇ ਉਹ ਕਦੀ ਇਹ ਨਹੀਂ ਸੋਚ ਸਕਦੀ ਕਿ ਉਹ ਅਸੀਂ ਸਾਡੇ ਧਾਰਮਿਕ ਸਥਾਨ ਦੇ ਉੱਪਰ ਹਮਲਾ ਕਰੇਗੀ। ਉਹਦੇ ਵਾਸਤੇ ਉਕਸਾਉਣ ਵਾਸਤੇ, ਇੱਕ ਬੰਦੇ ਨੂੰ ਖਤਮ ਕਰਨ ਵਾਸਤੇ ਸਾਡੇ ਆਪਣਿਆਂ ਨੇ ਸਾਰੀ ਸਾਜ਼ਿਸ਼ ਰਚੀ, ਜਿਸ ਕਰਕੇ ਸਾਰਾ ਕੁਝ ਹੋਇਆ। ਓਪਰੇਸ਼ਨ ਬਲੂ ਸਟਾਰ ਦਾ ਇਕੱਲਾ ਕਸੂਰ ਇੱਕ ਪਾਰਟੀ ਦਾ ਨਹੀਂ ਗਾ। ਉਸ ਵੇਲੇ ਜਿੰਨੀਆਂ ਪਾਰਟੀਆਂ ਸਨ, ਭਾਵੇਂ ਹਿੰਦੁਸਤਾਨ ਦੀਆਂ ਭਾਵੇਂ ਪੰਜਾਬ ਦੀਆਂ, ਉਹਨਾਂ ਸਾਰਿਆਂ ਦਾ ਹੱਥ ਹੈਗਾ ਓਪਰੇਸ਼ਨ ਬਲੂ ਸਟਾਰ ਦੇ ਵਿੱਚ। ਤਾਂ ਹੀ ਇਤਨਾ ਵੱਡਾ ਇਹ ਕੰਮ ਹੋਇਆ। ਇਹ ਕੋਈ ਛੋਟੀ ਗੱਲ ਨਹੀਂ, ਬਹੁਤ ਵੱਡੀ ਗੱਲ ਹੈ। ਮੈਂ ਆਪਣੀ ਅੱਖਾਂ ਨਾਲ ਦੇਖਿਆ ਜੋ ਕੁਝ ਉੱਥੇ ਹੋਇਆ। ਜੀ, ਮੈਂ ਇਹ ਤੁਹਾਨੂੰ ਸਵਾਲ ਕੀਤਾ ਸੀ ਕਿ ਤੁਸੀਂ ਸੁਣਿਆ ਕਿ ਬਾਹਰ ਫੌਜ ਆ ਗਈ, ਤੁਹਾਡੇ ਮਨ ਵਿੱਚ ਕੀ ਵਿਚਾਰ ਆਇਆ? ਤੁਸੀਂ ਸੋਚਿਆ ਸੀ ਕਿ ਸੱਚੀ ਫੌਜ ਆ ਜਾਏਗੀ? ਕਿਉਂਕਿ ਪਹਿਲਾਂ ਰੂਪਰੇਖਾ ਤਾਂ ਬਣ ਰਹੀ ਸੀ। ਨਹੀਂ, ਦੇਖੋ, ਆਰਮੀ ਦਾ ਕਿਸੇ ਨੂੰ ਵੀ ਚੇਤਾ ਨਹੀਂ ਸੀ। ਆਰਮੀ ਦਾ ਕਦੀ ਸੋਚਿਆ ਵੀ ਨਹੀਂ ਸੀ ਵੀ ਇੱਥੋਂ ਤੱਕ ਆ ਜਾਏਗੀ। ਵੱਧ ਤੋਂ ਵੱਧ ਸੰਤਾਂ ਦੇ ਹੁੰਦੇ ਇਹੋ ਗੱਲ ਹੁੰਦੀ ਸੀ ਵੀ ਜੇ ਅੰਦਰ ਐਂਟਰ ਹੋਈ ਤੇ ਪੰਜਾਬ ਪੁਲਿਸ ਹੋਏਗੀ। ਪਰ ਪੰਜਾਬ ਪੁਲਿਸ ਦੇ ਵੀ ਐਸੇ ਕਈ ਆਪਣਾ ਆਫੀਸਰ ਸਨ ਜਿਹੜੇ ਕਿ ਉਸ ਵੇਲੇ ਸੰਤਾਂ ਦੇ ਨਾਲ ਸਹਿਮਤ ਸਨ, ਜਿਹੜੇ ਉਹ ਵੀ ਇਹ ਨਹੀਂ ਸੀ ਚਾਹੁੰਦੇ ਵੀ ਅਸੀਂ ਅੰਦਰ ਐਂਟਰ ਹੋਈਏ ਹਰਿਮੰਦਰ ਸਾਹਿਬ ਦੇ ਜਾ ਕੇ ਤੇ ਅਸੀਂ ਨੁਕਸਾਨ ਕਰੀਏ। ਉਹਨਾਂ ਨੂੰ, ਇਹਨਾਂ ਦੀਆਂ ਏਜੰਸੀਆਂ ਨੂੰ, ਇੰਡੀਅਨ ਗਵਰਨਮੈਂਟ ਦੀਆਂ ਏਜੰਸੀਆਂ ਨੂੰ ਪਤਾ ਲੱਗ ਚੁੱਕਾ ਸੀ ਕਿ ਇਹਨਾਂ ਦਾ ਪੰਜਾਬ ਪੁਲਿਸ ਨੇ ਸਾਥ ਨਹੀਂ ਦੇਣਾ। ਇਸ ਕਰਕੇ ਇਹਨਾਂ ਨੇ ਚਕਰੌਤਾ, ਜਿਹੜਾ ਦੇਹਰਾਦੂਨ ਦੇ ਰਸਤੇ 'ਚ ਪੈਂਦਾ ਪਾਉਂਟਾ ਸਾਹਿਬ ਨੂੰ ਜਾਂਦੇ ਆ, ਉੱਥੇ ਇਹਨਾਂ ਨੇ ਨਕਲੀ ਸਾਰੀਆਂ ਚੀਜ਼ਾਂ ਬਣਾਈਆਂ, ਜਿੱਥੇ ਇਹਨੂੰ ਆਰਮੀ ਨੂੰ ਟ੍ਰੇਨਿੰਗ ਦਿੱਤੀ ਗਈ, ਇਹਨੂੰ ਇਹੋ ਵਾਰਨਿੰਗ ਦਿੱਤੀ ਗਈ ਵੀ ਤੁਹਾਡੇ ਹੱਥ ਕੋਈ ਵੀ ਆਵੇ ਉਹਨੂੰ ਛੱਡਣਾ ਨਹੀਂ ਉੱਥੇ ਅੰਦਰ ਜਿਹੜੇ ਤੁਸੀਂ ਜਾਓਗੇ। ਤੇ ਇਹਨਾਂ ਨੇ ਸਮਾਂ ਵੀ ਇਸ ਚੁਣਿਆ। ਤੇ ਉਹਦੇ ਵਿੱਚ ਦੇਖੋ, ਲੜਨ ਦੇ ਵਿੱਚ ਇੱਕ ਪਾਸੇ ਸਿੱਖ ਹੈ ਤੇ ਦੂਜਾ ਪਾਸੇ ਜਿਹੜਾ ਲੜਨ ਜਾ ਰਿਹਾ ਉਹ ਵੀ ਸਿੱਖ ਹੈ, ਭਾਵੇਂ ਉਹ ਕਲੀਨ ਸ਼ੇਵ ਹੈ, ਭਾਵੇਂ ਉਹ ਸਰਦਾਰ ਹੈ। ਦੋਵੇਂ ਪਾਸੇ ਸਰਦਾਰਾਂ ਨੂੰ ਆਪਸ 'ਚ ਲੜਾਉਣ ਵਾਲੇ ਕੌਣ ਨੇ? ਸਾਡੇ ਆਪਣੇ, ਕੋਈ ਹੋਰ ਨਹੀਂ ਹੋ ਸਕਦਾ। ਭਾਈ ਸਾਹਿਬ, ਇਹੋ ਜਿਹਾ ਕੀ ਖਤਰਾ ਪੈਦਾ ਹੋ ਗਿਆ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਸਾਰਿਆਂ ਨੂੰ ਕਿ ਆਪਣੇ ਵੀ ਵੈਰੀ ਬਣ ਗਏ, ਸਰਕਾਰਾਂ ਵੀ ਵੈਰੀ ਬਣ ਗਈਆਂ? ਇਹੋ ਜਿਹਾ ਕੀ ਸੀ ਉਹਨਾਂ ਵਿੱਚ? ਨਹੀਂ, ਸਰਕਾਰਾਂ ਤੇ ਵੈਰੀ ਨਹੀਂ ਸਨ। ਮੈਂ ਇਹ ਕਹਾਂਗਾ ਸਰਕਾਰ ਵੈਰੀ ਨਹੀਂ ਸੀ, ਉਹਦੇ 'ਚ ਸਾਡੇ ਘਰ ਦੇ ਹੀ ਵੈਰੀ ਬਣ ਗਏ ਸੀ, ਜਿਨ੍ਹਾਂ ਦੇ ਵਿੱਚ ਇਹ 4-5 ਐਸੇ ਲੀਡਰ ਸਨ ਜਿਨ੍ਹਾਂ ਨੇ ਮਿਲ ਕੇ ਇਹ ਸਾਰਾ ਕੰਮ ਕੀਤਾ।
ਕਿ ਜੇ ਇਹ ਸੰਤ ਜਰਨੈਲ ਸਿੰਘ ਹੋਰੀ ਅੱਪ ਹੋ ਗਏ, ਕਿਉਂਕਿ ਸੰਗਤਾਂ ਦੇ ਵਿੱਚ ਤੇ ਸਿੱਖ ਕੌਮ ਦੇ ਵਿੱਚ ਸੰਤਾਂ ਦਾ ਸਤਿਕਾਰ ਵੱਧਦਾ ਜਾ ਰਿਹਾ ਸੀ, ਜਿਸ ਨੂੰ ਇਹਨਾਂ ਨੇ ਖਤਮ ਕਰਨ ਵਾਸਤੇ ਜੇ ਸੰਤਾਂ ਦਾ ਸਤਿਕਾਰ ਹੋਰ ਵੱਧਦਾ ਜਾਂਦਾ ਤੇ ਇਹਨਾਂ ਨੇ ਡਾਊਨ ਚੱਲ ਜਾਣਾ ਸੀ, ਜਿਨ੍ਹਾਂ ਨੂੰ ਅਸੀਂ ਖਾਲੀ ਕਹਿੰਦੇ। ਇਹਨਾਂ ਡਾਊਨ ਚੱਲਣਾ, ਇਹਨੇ ਆਪਣੀ ਡਾਊਨਫਾਲ ਦੇਖਦਿਆਂ ਹੋਇਆਂ ਇਹ ਸਾਰਾ ਕੰਮ ਕਰਾਇਆ। ਬਿਲਕੁਲ ਰਾਜਨੀਤਿਕ ਆਪਣੇ ਬਚਾਅ ਦੇ ਲਈ ਸਾਰਾ ਕੁਝ ਕੀਤਾ ਗਿਆ ਜੀ। ਭਾਈ ਸਾਹਿਬ, ਜੇ ਹੁਣ ਅਸੀਂ ਫਿਰ ਉਸ ਦਿਨ ਤੇ ਆਈਏ ਜਦੋਂ ਹੁਣ ਹਮਲਾ ਹੋ ਗਿਆ, ਤੁਸੀਂ ਉਦੋਂ ਕਿੱਥੇ ਸੀ ਜੀ? ਮੈਂ ਉਦੋਂ ਹਰਿਮੰਦਰ ਸਾਹਿਬ ਦੇ ਅੰਦਰ ਸੀ ਜੀ, ਜਦੋਂ ਆਰਮੀ ਇੰਟਰ ਹੋਈ ਹੈ ਰਾਤ ਨੂੰ ਤਕਰੀਬਨ 8:30 ਵਜੇ। ਕਿਹੜਾ ਦਿਨ ਸੀ ਜੀ ਉਸ ਦਿਨ? 5 ਤਰੀਕ ਸੀ 1984 ਜੀ। ਤਾਂ ਉਸ ਵੇਲੇ ਆਰਮੀ ਅੰਦਰ ਬੋਲਦੀ ਕੀ ਆ ਰਹੀ ਸੀ ਜੀ, ਭਾਰਤ ਮਾਤਾ ਕੀ ਜੈ ਹੋ। ਦੇਖੋ ਜੀ, ਜਿਵੇਂ ਅੰਦਰ ਸਾਰੇ ਵਿਰੋਧੀ ਬੈਠੇ ਹੋਣ ਪਰਿਕਰਮਾ ਦੇ ਵਿੱਚ ਜੀ, ਜੁੱਤੀਆਂ ਸਮੇਤ ਜੀ, ਤੇ ਅੰਦਰ ਬੋਲਦੀ ਆ ਰਹੀ ਸੀ ਭਾਰਤ ਮਾਤਾ ਕੀ ਜੈ ਹੋ। ਜਦੋਂ ਅਕਾਲ ਤਖਤ ਦੇ ਸਾਹਮਣੇ ਜਾਂਦੇ ਸੀ ਉਦੋਂ ਜੈ ਮੂੰਹ 'ਚ ਹੀ ਰਹਿ ਜਾਂਦੀ, ਬਾਕੀ ਖਤਮ ਹੋ ਜਾਂਦਾ ਸੀ ਸਭ ਕੁਝ ਜੀ। ਹੁਣ ਇਹ ਚੀਜ਼ਾਂ ਜਿਹੜੀਆਂ ਨੇ ਆਪਣੇ ਤੁਸੀਂ ਆਪਣੇ ਤੇ ਚੜਾ ਕੇ ਲਿਆ ਰਹੇ ਹੋ ਤੇ ਆਪਣੇ ਆਪ ਨੂੰ ਸ਼ੋਅ ਕਰ ਰਹੇ, ਇੱਕ ਪਰਮੇਸ਼ਰ ਦੇ ਘਰ ਦੇ ਅੰਦਰ ਆਣ ਕੇ ਤੁਸੀਂ ਇੱਕ ਧਰਤੀ ਨੂੰ ਜੈ ਕਹਿ ਰਹੇ ਜੀ, ਤੇ ਫਿਰ ਉਹ ਫਿਰ ਵਾਹਿਗੁਰੂ ਅਕਾਲ ਪੁਰਖ ਤੇ ਬੈਠਾ ਹੀ ਹੈ, ਫਿਰ ਉਹ ਫਿਰ ਇਹ ਦੇਖਦਾ ਵਾ ਅਤ ਸੂਰਜ ਕੂ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤ ਆਵੇ। ਜਿੰਨੀ ਮਰਜ਼ੀ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਸੀ, ਲੇਕਿਨ ਅੱਗੇ ਵੀ ਇੱਕ ਜਰਨੈਲ ਸੀ ਜਿਹਨੇ ਸਾਰੀ ਵਿਉਂਤਬੰਦੀ ਕੀਤੀ ਸੀ, ਜਨਰਲ ਸ਼ਿਵੇਗ ਸਿੰਘ ਹੋਰੀ, ਉਹਨਾਂ ਨੇ ਸਾਰੀ ਵਿਉਂਤਬੰਦੀ ਕੀਤੀ, ਇਹਨਾਂ ਨੂੰ ਸਾਹ ਨਹੀਂ ਲੈਣ ਦਿੱਤਾ, ਉਹਨਾਂ ਨੇ ਐਸੀ ਵਿਉਂਤਬੰਦੀ ਕੀਤੀ ਸੀ। ਇਹ ਕਰਦੇ ਆ ਰਹੇ ਸੀ ਭਾਰਤ ਮਾਤਾ ਕੀ ਜੈ ਹੋ। ਤੇ ਇਸ ਤਕਰੀਬਨ ਰਾਤ ਨੂੰ 8:30 ਵਜੇ ਜਿਹੜੀ ਆਰਮੀ ਸੀ ਇੰਟਰ ਹੋਈ ਆ, ਤੇ ਗੋਲਾ ਬਰੂਦ ਤੇ ਇੰਜ ਚੱਲ ਰਿਹਾ ਸੀ। ਮੇਰਾ ਖਿਆਲ ਮੈਂ 3 ਜੰਗਾਂ ਤੇ ਦੇਖੀਆਂ ਨੇ, 62 ਦੀ ਉਦੋਂ ਮੈਂ ਛੋਟਾ ਜਿਹਾ ਸੀ, ਤੇ ਉਸ ਤੋਂ ਬਾਅਦ 71 ਦੀ ਤੇ 65 ਦੀ ਤੇ 71 ਦੀ ਦੋਵੇਂ ਦੇਖੀਆਂ। ਇੰਨਾ ਗੋਲਾ ਬਰੂਦ ਉਦੋਂ ਨਹੀਂ ਚੱਲਿਆ ਜਿੰਨਾ ਇਹਨਾਂ ਨੇ ਆਪਰੇਸ਼ਨ ਬਲੂ ਸਟਾਰ ਵੇਲੇ ਅਕਾਲ ਤਖਤ ਦੇ ਉੱਪਰ ਇਹਨਾਂ ਨੇ ਗੋਲਾ ਬਰੂਦ ਸੁੱਟਿਆ ਜੀ। ਇੰਨਾ ਜ਼ਿਆਦਾ ਖਤਰਾ ਮਹਿਸੂਸ ਹੋ ਰਿਹਾ ਸੀ, ਇੰਨਾ ਖਤਰਾ ਜਿਆਦਾ ਸਾਡੇ ਆਪਣੇ ਕਰਵਾ ਰਹੇ ਸਨ ਨਾ, ਉਹ ਉਹਨਾਂ ਦੇ ਸਰਾਣੇ ਬੈਠੇ ਸੀ। ਕੁਛ ਬੀਜੇਪੀ ਦੇ ਐਲਕੇ ਅਡਵਾਨੀ ਹੋਰੀ ਸਨ ਜਿਹੜੇ ਉਕਸਾ ਰਹੇ ਸਨ ਉਸ ਸਮੇਂ ਦੀ ਹਕੂਮਤ ਨੂੰ ਵੀ ਇਹ ਕੰਮ ਖਤਮ ਕਰੋ, ਇੱਥੋਂ ਫਲਾਣ ਇਹਨਾਂ ਨੇ ਇੰਜ ਕਰਨਾ, ਉਸ ਤਰ੍ਹਾਂ ਕਰਨਾ, ਜਦ ਕਿ ਐਸੀ ਕੋਈ ਗੱਲ ਨਹੀਂ ਸੀ। ਜੇ ਸੰਤਾਂ ਨੇ ਕਿਹਾ ਸੀ ਵੀ ਸਿੱਖਾਂ ਨੂੰ ਵੱਧ ਅਧਿਕਾਰ ਦਿੱਤੇ ਜਾਣ, ਪੰਜਾਬ ਨੂੰ ਅਧਿਕਾਰ ਦਿੱਤੇ ਜਾਣ ਅਨੰਦਪੁਰ ਸਾਹਿਬ ਦੇ ਮਤੇ ਦੇ, ਤਾਂ ਉਸ ਪੰਜਾਬ ਦੇ ਵਿੱਚ ਸਾਰੀਆਂ ਹੀ ਆਉਂਦੀਆਂ ਸਨ, ਜਮਾਤਾਂ ਸਾਰੀਆਂ ਸਨ, ਸਾਰੇ ਫਿਰਕੇ ਸਨ। ਉਹਨਾਂ ਨੇ ਇੱਕ ਫਿਰਕੇ ਵਾਸਤੇ ਨਹੀਂ ਸੀ ਕਿਹਾ ਵੀ ਜਿੰਨੇ ਫਿਰਕੇ ਆਉਣਗੇ ਸਾਰਿਆਂ ਨੂੰ ਉਹਦਾ ਲਾਭ ਮਿਲੇ, ਸਾਰੇ ਇੱਕ ਉਸ ਜਗ੍ਹਾ ਤੇ ਖੁਸ਼ ਰਹਿਣ। ਤੇ ਅੱਜ ਕੱਲ੍ਹ ਮੈਂ ਇੱਕ ਹੋਰ ਹਿਸਟਰੀ ਜੀ ਪੜ੍ਹੀ ਆ ਛੋਟੀ ਜੀ, ਜਿਹੜਾ ਅਸੀਂ ਅਰਦਾਸ ਦੇ ਵਿੱਚ ਕਹਿੰਦੇ ਆ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਇਹਨਾਂ ਨੇ ਆਕ ਦੀ ਥਾਂ ਤੇ ਬਾਕੀ ਲਿਖਿਆ, ਉਹ ਗਲਤ ਗੱਲ ਇਹਨਾਂ ਵਾਸਤੇ। ਭਾਈ ਇੱਕ ਗੱਲ ਨੋਟ ਕਰ ਲਿਓ, ਆਕੀ ਦਾ ਮਤਲਬ ਹੈ ਦੁਖੀ, ਵੀ ਜਿਹੜਾ ਖਾਲਸੇ ਦਾ ਰਾਜ ਹੋਏਗਾ ਉਹਦੇ ਵਿੱਚ ਕੋਈ ਕਿਸੇ ਵੀ ਫਿਰਕੇ ਦਾ ਜੀਵ ਹੋਏਗਾ ਉਹ ਦੁਖੀ ਨਹੀਂ ਹੋਏਗਾ, ਉਸ ਖਾਲਸਾ ਰਾਜ ਦੇ ਵਿੱਚ ਉਹ ਵੀ ਸੁਖੀ ਰਹੇਗਾ। ਬਿਲਕੁਲ ਜੀ, ਬਿਲਕੁਲ। ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅਸੀਂ ਦੇਖਿਆ, ਉਦੋਂ ਜਿਹੜਾ ਹਰ ਧਰਮ ਨਾਲ ਸੰਬੰਧਿਤ ਲੋਕ ਸੀ ਉਹ ਸੁਖੀ ਸਨ, ਤੇ ਉਹਨਾਂ ਦੇ ਦਰਬਾਰ ਵਿੱਚ ਵੀ ਬਕਾਇਦਾ ਨਾਲ ਉਹਨਾਂ ਨੂੰ ਜਿਹੜਾ ਹੈ ਰੁਤਬਾ ਦਿੱਤਾ ਗਿਆ ਸੀ। ਇੱਕ ਹੋਰ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ, ਸੰਤਾਂ ਦੇ ਨਾਲ ਕੁਝ ਫੈਡਰੇਸ਼ਨ ਵਾਲੇ ਵੀ ਐਸੇ ਰਲੇ ਹੋਏ ਸਨ, ਸੰਤਾਂ ਨੂੰ ਪਤਾ ਨਹੀਂ ਲੱਗਾ ਵੀ ਇਹ ਬੰਦੇ ਕਿਹੜੀ ਏਜੰਸੀ ਦੇ ਨੇ। ਉਹਨਾਂ ਦੇ ਵਿੱਚ ਉਹ ਜਿਹੜੀ ਫੈਡਰੇਸ਼ਨ ਉਸ ਵੇਲੇ ਇੱਕੋ ਹੀ ਸੀ, ਹੁਣ ਤੇ ਅਲੱਗ-ਅਲੱਗ ਬਣ ਗਈਆਂ, ਕੋਈ ਕਿਸੇ ਦੇ ਸਾਰੇ ਲਾਲਚ। ਉਸ ਵੇਲੇ ਵੀ ਜਿਹੜੀ ਫੈਡਰੇਸ਼ਨ ਸੀ ਉਹਦੇ ਵਿੱਚ ਵੀ ਲਾਲਚੀ ਬੰਦੇ ਬੈਠੇ ਹੋਏ ਸਨ, ਜਿਹੜੇ ਉਸ ਵੇਲੇ ਸੰਤਾਂ ਨੂੰ ਕਹਿੰਦੇ ਸੀ ਅਸੀਂ ਫੱਟੇ ਚੁੱਕ ਦਿਆਂਗੇ, ਉਹ ਵੀ ਅਹੁਦੇ ਲੈ ਕੇ ਤੇ ਚੁੱਪ ਕਰਕੇ ਬੈਠੇ ਹੋਏ ਨੇ। ਇਹ ਗਦਾਰ ਲੋਕ ਨੇ, ਇੱਥੇ ਹੀ ਰਹਿ ਜਾਣਾ ਸਭ ਕੁਝ। ਸੰਤ ਆਪਣਾ ਆਪ ਵਾਰ ਗਏ ਤੇ ਤੁਸੀਂ ਪੈਸੇ ਦੀ ਖਾਤਰ ਜਿਹੜਾ ਵਿਕ ਗਏ, ਇਹ ਪੈਸੇ ਤੋਂ ਆਪਣਾ ਆਪ ਵਾਰਤਾ ਜੀ। ਇਹ ਲਾਲਚ, ਇੱਕ ਬੰਨੇ ਲਾਲਚ ਸ਼ਹੀਦੀ ਦਾ ਤੇ ਇੱਕ ਬੰਨੇ ਲਾਲਚ ਪੈਸੇ ਦਾ, ਤੇ ਇੱਥੇ ਹੀ ਰਹਿ ਜਾਣਾ ਸਭ। ਇੱਥੇ ਤੇ ਕਾਰੂ ਬਾਦਸ਼ਾਹ ਵਰਗੇ ਨਹੀਂ ਰਹੇ, ਤੇ ਇਹ ਚੀਜ਼ਾਂ ਕੀ ਨੇ? ਬਿਲਕੁਲ ਜੀ, ਬਿਲਕੁਲ। ਪਰ ਗੱਲ ਤਾਂ ਹੋਈ ਹੈਗੀ ਨੇ ਜਿਹਨੇ ਸੱਚ ਨੂੰ ਪਛਾਣਿਆ ਹੋਵੇ, ਜਿਹਦੇ ਵਿੱਚ ਸੱਚ ਦੀ ਅਣਖ ਹੋਵੇ ਵੀ ਹਾਂ ਮੈਂ ਧਰਮ ਦੀ ਖਾਤਰ ਕੁਝ ਕਰਨਾ ਹੈ, ਲੋਕਾਂ ਦੀ ਖਾਤਰ ਕੁਝ ਕਰਨਾ ਹੈ, ਉਹਨੂੰ ਤੇ ਫਿਰ ਉਹੀ ਪਛਾਣ ਸਕਦਾ ਨਾ। ਸਾਹਿਬਾਂ ਦੀ ਬਾਣੀ ਅਨੁਸਾਰ ਸੱਚ ਤਾਂ ਪਰ ਜਾਣੀ ਹੈ ਜਾਂ ਹਿਰਦਾ ਸੱਚਾ ਹੋਏ। ਕਹਿੰਦੇ ਉਹਦਾ ਤੇ ਉਹ ਤੇ ਉਸੇ ਹਿਰਦਾ ਸੱਚਾ ਹੋਏਗਾ ਤੂੰ ਸੱਚ ਨੂੰ ਪਛਾਣ ਜਾਏਗਾ, ਨਹੀਂ ਤੇ ਫਿਰ ਕੀ ਹੈ? ਇਹ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਇਹ ਲੋਕ ਉਹ ਨੇ। ਅਸੀਂ ਅੱਜ ਬੈਠੇ ਅਸੀਂ ਸੰਤਾਂ ਦਾ ਜਿਹੜੀਆਂ ਗੱਲਾਂ ਕੀਤੀਆਂ, ਦੇਖੋ ਸੰਤਾਂ ਦੇ ਮਨ ਦੇ ਵਿੱਚ ਕਿੰਨਾ ਸਤਿਕਾਰ ਸੀ। ਤੇ ਮੈਨੂੰ ਕਹਿੰਦੇ ਵੀ ਜਦੋਂ ਅਸੀਂ ਮੁੱਠੀ ਚਾਪੀ ਰਾਤ ਨੂੰ ਕਰਨੀ, ਮੈਨੂੰ ਕਹਿਣਾ ਰਾਗਾ ਸਿੰਘ ਤੂੰ ਨਹੀਂ ਮੁੱਠੀ ਚਾਪੀ ਕਰਨੀ, ਤੂੰ ਗੁਰੂ ਰਾਮਦਾਸ ਸਾਹਿਬ ਦੇ ਦਰ ਦਾ ਕੀਰਤਨੀ ਹੈ। ਮੈਂ ਮਹਾਂਪੁਰਸ਼ ਕੀਰਤਨੀਆ, ਮੈਂ ਉੱਥੇ ਆ, ਇੱਥੇ ਮੈਂ ਤੁਹਾਡੀ ਸੇਵਾ ਕਰਨੀ ਹੈ। ਇਹ ਲੋਕ ਉਦੋਂ ਲਾਗੇ ਬੈਠੇ ਹੁੰਦੇ ਸਨ ਸਾਰੇ, ਪਰ ਇਹ ਲਾਲਚੀ ਲੋਕ ਸਨ ਪੈਸੇ ਦੀ ਖਾਤਰ।
ਤੇ ਦੂਸਰਾ ਇਹ ਹੈ ਵੀ ਇਹ ਜੋ ਕੁਝ ਵੀ ਇਹ ਹੈਗਾ ਇਹ ਸਹੀ ਨਹੀਂ ਇਹਨਾਂ ਨੇ ਕੀਤਾ। ਸੰਤਾਂ ਨੇ ਅਖੀਰ ਤੇ ਆਪਣੇ ਮੂੰਹੋਂ ਇੱਕ ਗੱਲ ਕਹੀ ਸੀ ਕਿ ਮੈਂ ਹੁਣ ਕੁਝ ਨਹੀਂ ਕਰ ਸਕਦਾ, ਮੈਂ ਫਸ ਚੁੱਕਾ ਜੀ। ਐਂਡ ਤੇ ਸੰਤਾਂ ਨੇ ਗੱਲ ਕਹੀ ਸੀ। ਸੰਤ ਸਹੀ ਸਨ, ਬਾਕੀ ਜਿੰਨੇ ਵੀ ਸਨ ਸੰਤਾਂ ਦੇ ਨਾਲ ਸ਼ਹੀਦ ਹੋਣ ਵਾਲੇ ਵੀ ਸੱਚ ਸੀ ਤੇ ਸੰਤ ਵੀ ਸੱਚ ਸਨ ਤੇ ਬਾਕੀ ਜਿੰਨੇ ਨਾਲ ਸਨ ਸਭ ਝੂਠ ਇਕੱਠਾ ਹੋਇਆ। ਬਿਲਕੁਲ ਜੀ, ਜਿਵੇਂ ਤੁਸੀਂ ਜ਼ਿਕਰ ਕਰ ਹੀ ਦਿੱਤਾ ਕਿ ਸੰਤਾਂ ਨੇ ਅੰਤ 'ਚ ਵੀ ਇਹ ਕਿਹਾ ਸੀਗਾ ਕਿ ਮੈਂ ਕੁਝ ਨਹੀਂ ਕਰ ਸਕਦਾ। ਇਹ ਹੋਰ ਵੀ ਲਿਖਤਾਂ ਤੋਂ ਵੀ ਗੱਲਾਂ ਸਾਹਮਣੇ ਆਈ ਨੇ ਕਿ ਉਹ ਗੱਲਬਾਤ ਕਰਨ ਦੇ ਇੱਛੁਕ ਵੀ ਸੀਗੇ। ਜਦੋਂ ਆਰਮੀ ਆ ਗਈ ਸੀ ਉਦੋਂ ਵੀ ਉਹਨਾਂ ਦੀ ਇੱਛਾ ਸੀ ਵੀ ਅਜੇ ਵੀ ਜੇ ਕੁਝ ਹੋ ਗਿਆ, ਕਿਉਂਕਿ ਸੰਗਤਾਂ ਸੀ, ਆਪਣੀ ਖਾਤਰ ਨਹੀਂ, ਸੰਗਤਾਂ ਇਕੱਠੀਆਂ ਹੋਈਆਂ ਸੀ। ਲਾਲਚ ਸੀ ਜੀ ਵੀ ਜਿਹੜੇ ਫੈਡਰੇਸ਼ਨ ਵਾਲੇ ਸਨ ਉਹ ਵੀ ਲਾਲਚੀ ਸਨ, ਤਾਂ ਸਮਝੌਤਾ ਨਹੀਂ ਸੀ ਹੋਣ ਦੇਂਦੇ। ਅਕਾਲੀਏ ਵੀ ਲਾਲਚੀ ਸਨ, ਉਹ ਵੀ ਨਹੀਂ ਸਮਝੌਤਾ ਹੋਣ ਦੇ, ਕਿਉਂਕਿ ਉਹਨਾਂ ਨੇ ਕਿਹਾ, ਕੋਸ਼ਿਸ਼ ਕੀਤੀ ਉਹਨਾਂ ਨੇ ਵੀ, ਸਰਕਾਰ ਨੇ, ਕਿ ਸਾਡੇ ਨਾਲ ਬੈਠ ਕੇ ਗੱਲ ਕਰੋ। ਜੋ ਟੇਬਲ ਤੇ ਬੈਠੀਏ ਤੇ ਕਈ ਗੱਲਾਂ ਜਿਹੜੀਆਂ ਨੇ ਛੱਡਣੀਆਂ ਪੈਂਦੀਆਂ ਤੇ ਕਈ ਗੱਲਾਂ ਜਿਹੜੀਆਂ ਦੋਵਾਂ ਪਾਸੇ ਤੇ ਕਈ ਮੰਨਣੀਆਂ ਪੈਂਦੀਆਂ, ਉਹਦੇ ਵਿੱਚ ਸਮਝੌਤਾ ਹੋ ਸਕਦਾ ਸੀ। ਆਪਰੇਸ਼ਨ ਬਲੂ ਸਟਾਰ ਦੀ ਲੋੜ ਹੀ ਨਹੀਂ ਸੀ ਪੈਣੀ। ਇਹ ਉਦੋਂ ਵੀ ਕੋਈ ਮੁੱਖ ਮੰਤਰੀ ਬਣਿਆ ਬੈਠਾ ਹੀ ਫੈਡਰੇਸ਼ਨ ਦੇ ਵਿੱਚ, ਕੋਈ ਉਧਰੋਂ ਬਣਿਆ ਸੀ ਅਕਾਲੀਆਂ ਵੱਲੋਂ, ਕੋਈ ਇੱਧਰੋਂ ਬਣਿਆ ਸੀ। ਲਾਲਚ ਹੀ ਸੀ ਸਾਰੇ ਬੰਦੇ, ਆਪਣੇ ਆਪਣੇ ਅਹੁਦਿਆਂ ਦੇ ਲਾਲਚ ਨੇ ਉਹ ਜਿਹੜਾ ਸਮਾਂ ਨਹੀਂ ਟਲਣ ਦਿੱਤਾ। ਪਰ ਉਹ ਸਮਾਂ ਆ ਗਿਆ। ਫਿਰ ਅਸੀਂ ਜੀ ਉੱਥੇ ਆਈਏ, ਤੁਸੀਂ ਦਰਬਾਰ ਸਾਹਿਬ ਕੀਰਤਨ ਕਰ ਰਹੇ ਸੀ ਉਦੋਂ? ਮੈਂ ਕੀਰਤਨ ਕਰ ਰਿਹਾ ਸੀ। ਸੰਤਾਂ ਨੇ ਮੇਰੇ ਆਰਡਰ ਕਰਵਾਏ ਸਨ 1982 ਦੇ ਵਿੱਚ, ਮੇਰੇ ਬ੍ਰਦਰ ਦੀ ਸ਼ਹੀਦੀ ਤੋਂ ਬਾਅਦ। ਉਹਨਾਂ ਨੇ, ਮੈਂ ਉਦੋਂ ਕਰਨਾਲ ਹੁੰਦਾ ਸੀ ਤੇ ਸੰਤ ਕਹਿੰਦੇ ਵੀ ਤੂੰ ਇੱਥੇ ਆ ਜਾ, ਤੇਰੇ ਆਰਡਰ ਕਰਵਾ ਦਿੰਦੇ ਅਸੀਂ। ਫਿਰ ਦਰਬਾਰ ਸਾਹਿਬ ਉਹਨਾਂ ਨੇ ਮੇਰੇ ਆਰਡਰ ਕਰਵਾਏ ਤੇ ਸੰਤਾਂ ਦੇ ਬੋਲ ਬੜੇ ਕਿਸੇ ਵੇਲੇ ਮੈਨੂੰ ਅੱਛੇ ਲੱਗਦੇ, ਕਿਸੇ ਵੇਲੇ ਕਹਿੰਦੇ ਸਨ, ਮੈਨੂੰ ਗੱਲਾਂ ਸੁਣਨ ਨੂੰ ਮਿਲਦੀਆਂ ਹੈ ਵੀ ਰਾਗਾ ਸਿੰਘ ਕੀਰਤਨ ਬੜਾ ਸੋਹਣਾ ਕਰਦਾ। ਤੇ ਉਸ ਕਰਕੇ ਵੇਖੋ ਕਈ ਐਸੀਆਂ, ਬਾਬਾ ਠਾਕਰ ਸਿੰਘ ਹੋਈ ਸਨ ਤੇ ਉਸ ਤਰ੍ਹਾਂ ਮੈਂ ਉਹਨਾਂ ਨੂੰ ਕਦੀ ਹੱਸਦੇ ਨਹੀਂ ਸੀ ਦੇਖਿਆ। ਜਦੋਂ ਪ੍ਰਕਰਮਾਂ ਦੇ ਵਿੱਚ ਮੈਂ ਉਹਨਾਂ ਦੇ ਸਾਹਮਣੇ ਹੋਣਾ ਤਾਂ ਉਹਨਾਂ ਦਾ ਹਾਸਾ ਨਿਕਲ ਜਾਂਦਾ ਹੁੰਦਾ ਸੀ ਤੇ ਇੰਨਾ ਉਹ ਅਸੀਸਾਂ ਮਿਲਦੀਆਂ ਸਨ ਮੈਨੂੰ। ਸੋ ਇਹ ਹੈ ਵੀ ਸੰਤਾਂ ਦੇ ਨਾਲ ਰਹਿੰਦੇ ਹੋਇਆ ਵੀ ਇਹਨਾਂ ਦੇ ਸੰਤਾਂ ਦਾ ਅਸਰ ਨਹੀਂ ਰਿਹਾ ਫੈਡਰੇਸ਼ਨ ਵਾਲਿਆਂ ਤੇ, ਕੋਈ ਅਸਰ ਨਹੀਂ ਰਿਹਾ ਵੀ ਸੰਤ ਕੀ ਕਹਿੰਦੇ। ਸਾਡੇ ਉਹਨਾਂ ਦੀਆਂ ਗੱਲਾਂ ਸਾਡੇ ਅੰਦਰ ਅਸੀਂ ਵਸਾਈਆਂ ਨੇ ਵੀ ਅਸੀਂ ਵਿਕਣਾ ਨਹੀਂ, ਅਸੀਂ ਕੋਈ ਕੁਰਸੀਆਂ ਨਹੀਂ ਚਾਹੀਦੀਆਂ ਸਾਨੂੰ, ਅਸੀਂ ਤੇ ਅੱਜ ਵੀ ਕੋਈ ਧਰਮ ਵਾਸਤੇ ਸ਼ਹੀਦੀ ਦੇਣ ਦੀ ਲੋੜ ਪਵੇ ਤੇ ਅਸੀਂ ਅੱਜ ਵੀ ਤਿਆਰ ਬੈਠੇ। ਦੂਰ ਰਹਿਣ ਵਾਲੇ ਲਾਹਾ ਲੈ ਗਏ ਪਰ ਨੇੜੇ ਰਹਿਣ ਵਾਲੇ ਜਿਹੜੇ ਨੇ ਉਹ ਨਹੀਂ ਲੈ ਸਕੇ। ਸੰਤਾਂ ਨੇ ਤਾਂ ਸਾਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਵੀ ਕਈ ਟਕਸਾਲ ਦੇ ਵਿੱਚ ਰਹਿ ਕੇ ਟਕਸਾਲੀ ਬਣਦੇ ਨੇ, ਪਰ ਤੁਸੀਂ ਟਕਸਾਲ ਵਾਸਤੇ ਖੂਨ ਦਿੱਤਾ ਤੇ ਤੁਸੀਂ ਪੱਕੇ ਟਕਸਾਲੀ ਜੇ। ਤੇ ਅੱਜ ਕੱਲ੍ਹ ਟਕਸਾਲ ਵਾਲੇ ਵੀ ਸਾਨੂੰ ਨਹੀਂ ਪੁੱਛਦੇ, ਅਸੀਂ ਕੋਈ ਮੰਗਦੇ ਥੋੜੀ ਆ। ਇੱਕ ਪਿਆਰ ਹੈ ਜੇ ਅਸੀਂ ਟਕਸਾਲ ਵਾਸਤੇ ਵੀ, ਜੇ ਟਕਸਾਲ ਸਾਨੂੰ ਪੁੱਛੇ, ਸਤਿਕਾਰ ਬਣਿਆ ਹੋਇਆ, ਜੇ ਇੱਕ ਗੁਰੂ ਸਾਹਿਬ ਨੇ ਨਾਮ ਬਖਸ਼ਿਆ ਵਾ ਤੇ ਇਹਨਾਂ ਨੂੰ ਟਕਸਾਲ ਵਾਲਿਆਂ ਨੂੰ ਸੋਚਣਾ ਚਾਹੀਦਾ ਵੀ ਇਹ ਰਾਗੀ ਸਿੰਘ ਸਾਡੀ ਟਕਸਾਲ ਦਾ ਵਾ ਵੀ ਜੇ ਇੱਥੋਂ ਤੱਕ ਪਹੁੰਚਿਆ ਸੰਤਾਂ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਕਰਕੇ ਸਾਡੀ ਟਕਸਾਲ ਦਾ ਰਾਗੀ, ਅਸੀਂ ਇਹਨੂੰ ਸੱਦਿਆ ਕਰੀਏ ਪਰ ਨਹੀਂ, ਕੋਈ ਨਹੀਂ ਪੁੱਛਦਾ। ਭਾਈ ਸਾਹਿਬ, ਹਾਂ ਫਿਰ ਅਸੀਂ ਉਸੇ ਸਮੇਂ ਤੇ ਆਈਏ। ਮੈਂ ਵਾਰ-ਵਾਰ ਤੁਹਾਨੂੰ ਸਮਾਂ ਤਾਂ ਯਾਦ ਕਰਾ ਰਹੀ ਹਾਂ ਕਿਉਂਕਿ ਤੁਸੀਂ ਅੱਖੀ ਡਿੱਠਿਆ ਹੋ, ਕਿਉਂਕਿ ਬਹੁਤ ਕੁਝ ਜਿਹੜਾ ਸੁਣਿਆ ਜਾਂਦਾ ਹੈ, ਅਸੀਂ ਬਹੁਤ ਕੁਝ ਸਾਖੀਆਂ 'ਚ ਹੀ ਸੁਣਦੇ ਸੀ, ਜਿਵੇਂ ਮੀਰ ਮੰਨੂ ਦੇ ਅਸੀਂ ਸੁਣਦੇ ਸੀ ਕਿ ਉਸਨੇ ਬੜੇ ਜ਼ੁਲਮ ਕੀਤੇ ਸਿੰਘਣੀਆਂ ਤੇ ਬੱਚਿਆਂ ਤੇ, ਪਰ ਉਸ ਵੇਲੇ ਵੀ ਦਰਬਾਰ ਸਾਹਿਬ 'ਚ ਬਹੁਤ ਕੁਝ ਇਹੋ ਜਿਹਾ ਹੋਇਆ ਜਿਸ ਨੇ ਕਿ ਲੂੰ ਕੰਡੇ ਖੜੇ ਕਰ ਦਿੱਤੇ ਸੀ ਉਸ ਵੇਲੇ ਸਿੱਖਾਂ ਦੇ। ਉਹ ਵੀ ਚਾਹਾਂਗੀ ਮੈਂ ਕਿ ਤੁਸੀਂ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ ਉਹ ਪਲ ਕਿ ਆਲੇ ਦੁਆਲੇ ਕਿੱਦਾਂ ਅਤਿਆਚਾਰ ਭਰਿਆ ਮਾਹੌਲ ਬਣਿਆ ਹੋਇਆ ਸੀ। ਮੀਰ ਮੰਨੂ ਦੀਆਂ ਵੀ ਚੀਜ਼ਾਂ ਕਈ ਉਸ ਵੇਲੇ ਉਸ ਸਾਕੇ 'ਚ ਸਾਹਮਣੇ ਆ ਗਈਆਂ। ਇੱਕ ਬੀਬੀ ਸ਼ਹੀਦ ਹੋਈ ਪਈ ਸੀ, ਉਹਦਾ ਬੱਚਾ ਦੁੱਧ ਪੀਣ ਵਾਲਾ ਸੀ। ਕਿੰਨੀ ਕੇਜ ਹੋਏਗੀ ਬੱਚੇ ਜਿਹੜਾ ਦੁੱਧ ਪੀਂਦਾ ਹੋਏਗਾ ਆਪਣੀ ਮਾਂ ਦਾ। ਉਦੋਂ ਆਰਮੀ ਨੇ, ਉਹ ਆਪਣੀ ਮਾਂ ਦਾ ਦੁੱਧ ਪੀ ਰਿਹਾ ਸੀ, ਉਹਨੂੰ ਨਹੀਂ ਪਤਾ ਕਿ ਮੇਰੀ ਮਾਂ ਜਿਹੜੀ ਸ਼ਹੀਦ ਹੋ ਚੁੱਕੀ ਹੈ। ਉਹਨੂੰ ਵੀ ਆਰਮੀ ਵਾਲਿਆਂ ਨੇ ਉੱਪਰ ਫੜ ਕੇ ਉਹਨੂੰ ਧੂ ਕੇ ਉੱਪਰ ਸੁੱਟਿਆ, ਸੁੱਟ ਕੇ ਗੋਲੀ ਮਾਰ ਕੇ ਉਹਨੂੰ ਥੱਲੇ ਸੁੱਟਿਆ। ਬਿਲਕੁਲ ਉਸੇ ਤਰ੍ਹਾਂ ਜਿਵੇਂ ਫੜ ਕੇ ਨੇਜਾ ਥੱਲੇ ਕਰਦੇ ਸੀ। ਇਹ ਚੀਜ਼ਾਂ ਅਸੀਂ ਅੱਖੀਂ ਦੇਖੀਆਂ ਨੇ ਸਾਰੀਆਂ ਤੇ ਉਹ ਅਸੀਂ ਭੁੱਲ ਨਹੀਂ ਸਕਦੇ। ਫਿਰ ਜੋ ਇਹਨਾਂ ਨੇ ਬੀਬੀਆਂ ਦੇ ਤਸ਼ੱਦਦ ਕੀਤਾ ਜਦੋਂ ਅਸੀਂ ਫੜੇ ਗਏ ਆ, ਇਹ ਆਟਾ ਮੰਡੀ ਵਾਲੇ ਪਾਸੇ ਗੁਰੂ ਰਾਮਦਾਸ ਗਰਲਜ਼ ਸਕੂਲ ਆ ਜਿੱਥੇ ਸਾਨੂੰ ਸਾਰਿਆਂ ਨੂੰ ਫੜ ਕੇ ਲੈ ਗਏ ਸੀ, ਉੱਥੇ ਬੀਬੀਆਂ ਨੂੰ ਵੀ ਇਹਨਾਂ ਨੇ ਬਹੁਤ ਕੁੱਟਿਆ। ਉੱਥੇ ਇਹਨਾਂ ਨੇ, ਆਰਮੀ ਵਾਲਿਆਂ ਨੇ, ਆਰਮੀ ਕਿਹੜੀ ਸੀ ਉਹ BSF ਸੀ ਜਿਹੜੀ ਅੰਦਰ ਲੱਗੀ ਸੀ, ਜਿਹੜੇ ਸਾਡੇ ਉਹ ਮਦਰਾਸ ਰੈਜੀਮੈਂਟ ਸੀ ਜਿਹਨੇ ਸਾਨੂੰ ਫੜਿਆ। ਉਸ ਵੇਲੇ ਇੱਕ ਐਸਾ ਕ੍ਰਿਸ਼ਮਾ ਹੋਇਆ, ਅਸੀਂ 7 ਜਣੇ ਫੜੇ ਸੀ। ਮੈਂ ਸੀ, ਮੇਰੇ ਨਾਲ ਧਿਆਨ ਸਿੰਘ ਬਜ਼ੁਰਗ ਸਨ ਸੇਵਾਦਾਰ, ਸੁਖਵਿੰਦਰ ਸਿੰਘ ਬਜ਼ੁਰਗ ਸੇਵਾਦਾਰ ਸੀ, ਬਲਰਾਜ ਸਿੰਘ ਸੇਵਾਦਾਰ ਸੀ ਤੇ ਅਸੀਂ 7 ਜਣੇ ਸਾਂ ਟੋਟਲ। ਤਾਂ ਆਰਮੀ ਵਾਲਿਆਂ ਨੇ ਕਿਹਾ ਵੀ ਇਹਨਾਂ ਨੂੰ ਸ਼ੂਟ ਕਰ ਦਿਓ, ਮਾਰ ਦਿਓ ਇਹਨਾਂ ਨੂੰ। ਹੁਣ ਦੇਖੋ ਉਹ ਗਨ ਲੋਡ ਕਰਨ ਡਿਆ, ਕਿੰਨਾ ਕੁ ਸਮਾਂ ਹੋਏਗਾ, ਮਾਰਨ ਦਾ ਹੁਕਮ ਹੋ ਗਿਆ, ਮਾਰਨ ਦਾ ਹੁਕਮ ਹੋ ਗਿਆ। ਅਸੀਂ ਮੌਤ ਨੂੰ ਬਹੁਤ ਨੇੜੇ ਦੇਖਿਆ ਜਿਸ ਕਰਕੇ ਸਾਨੂੰ ਕੋਈ ਡਰ ਨਹੀਂ ਲੱਗਦਾ। ਤਾਂ ਉਸ ਵੇਲੇ ਧਿਆਨ ਸਿੰਘ ਸੇਵਾਦਾਰ ਮੈਨੂੰ ਦਰਬਾਰ ਸਾਹਿਬ ਦਾ ਚੌਬਦਾਰ ਸੀ, ਜਿਹੜੇ ਦਰਸ਼ਨ ਜੋੜੀ ਖਲੋਂਦੇ ਸਨ ਨੇਜਾ ਲੈ ਕੇ,
ਤੇ ਮੈਨੂੰ ਕਹਿੰਦੇ ਭਾਈ ਸਾਹਿਬ ਜੀ ਨਜਾਇਜ਼ ਹੀ ਮਾਰੇ ਚੱਲੇ ਆ। ਮੈਂ ਕਿਹਾ ਤੁਸੀਂ ਚੌਪਈ ਸਾਹਿਬ ਦਾ ਪਾਠ ਕਰੋ, ਕੁਛ ਨਹੀਂ ਹੁੰਦਾ ਜੀ। ਕਹਿੰਦੇ ਉਹ ਮਾਰਨ ਲੱਗੇ, ਮੈਂ ਕਿਹਾ ਕੁਛ ਨਹੀਂ ਹੁੰਦਾ, ਚੌਪਈ ਸਾਹਿਬ ਦਾ ਪਾਠ ਕਰੋ ਤੁਸੀਂ ਜੀ। ਇਹਨੇ ਨੂੰ ਇੱਕ ਸਿੱਖ ਜਰਨੈਲ ਆਣ ਕੇ ਖੜਾ ਹੋ ਗਿਆ ਜੀ। ਤਾਂ ਮੇਰੇ ਵਾਸਤੇ ਤਾਂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਏ ਉਸ ਵੇਲੇ ਜੀ। ਤਾਂ ਉਹਨਾਂ ਨੇ ਆਉਂਦੇ ਹੀ ਆਖਿਆ ਵੀ ਇਹਨਾਂ ਨੂੰ ਮਾਰਨਾ ਨਹੀਂ, ਇਹਨਾਂ ਨੂੰ ਲੈ ਜਾਓ ਜੀ। ਫਿਰ ਇਹ ਸਾਨੂੰ ਫੜ ਕੇ ਲੈ ਗਏ ਨੇ। ਸਾਡੇ ਵਿੱਚੋਂ ਬਲਰਾਜ ਸਿੰਘ ਨੂੰ ਫੜ ਕੇ ਸ਼ਹੀਦ ਕਰਤਾ ਸੀ। ਉਹਨਾਂ ਨੇ 7 ਭੈਣਾਂ ਦਾ ਭਰਾ ਸੀ। ਤੇ ਸਾਨੂੰ ਉੱਥੇ 11 ਵਜੇ ਤੋਂ ਲੈ ਕੇ ਤੇ ਸ਼ਾਮ ਦੇ 5 ਵਜੇ ਤੱਕ ਕੁੱਟਦੇ ਰਹੇ ਨੇ। ਇਹੋ ਜਿਹੀਆਂ ਗੱਲਾਂ ਕਈ ਐਸੀਆਂ ਹੈਗੀਆਂ ਨੇ ਜਿਹੜੀਆਂ ਕਈ ਅੰਦਰ ਜਿਹੜੇ ਸਰੀਰ ਕਿਤੇ ਕਿਤੇ ਕੋਈ ਪਿਆ ਸੀ, ਬੀਬੀਆਂ ਦੇ ਸਰੀਰ ਪਏ ਸੀ, ਸਾਰੇ ਗਲ ਚੁੱਕੇ ਸਨ, ਫੁੱਲ ਚੁੱਕੇ ਸਨ, ਕਿਤੇ ਕਿਤੇ ਪਿਆ ਸੀ ਅੰਦਰ। ਜ਼ਿਆਦਾ ਸ਼ਹੀਦੀਆਂ ਨਹੀਂ ਹੋਈਆਂ, ਸ਼ਹੀਦੀਆਂ ਜ਼ਿਆਦਾ ਹੋਈਆਂ ਨੇ ਸਰਾਂ ਦੇ ਵਿੱਚ ਜੀ। ਦਰਬਾਰ ਸਾਹਿਬ ਦੇ ਅੰਦਰ ਦੀ ਜੇ ਅਸੀਂ ਗੱਲ ਕਰ ਰਹੀ ਹੈ, ਜਿਵੇਂ ਤੁਸੀਂ ਰਾਗੀ ਸਿੰਘ ਸੀਗੇ, ਹੋਰ ਵੀ ਰਾਗੀ ਸਿੰਘ ਜਿਹੜੇ ਉੱਥੇ ਮੌਜੂਦ ਹੋਣਗੇ, ਅੰਦਰ ਦਾ ਕੀ ਮਾਹੌਲ ਸੀ? ਅੰਦਰ ਵੀ ਕੋਈ ਡਰ ਸਹਿਮ ਵਾਲਾ ਮਾਹੌਲ ਬਣਿਆ ਸੀ? ਹੈਗਾ ਹੀ ਨਹੀਂ ਸੀ ਸਾਨੂੰ ਜੀ। ਕੋਈ ਸਾਨੂੰ ਇਹ ਨਹੀਂ ਪਤਾ ਸੀ ਵੀ ਅਸੀਂ ਮਰ ਜਾਣਾ ਕਿ ਜੀਵਨ। ਸਾਡੇ ਮਨ 'ਚ ਤਾਂ ਪਤਾ ਨਹੀਂ ਪਰਮੇਸ਼ਰ ਵੱਲੋਂ ਇੰਨੀ ਬਖਸ਼ਿਸ਼ ਹੋ ਗਈ, ਡਰ ਨਾਂ ਦੀ ਚੀਜ਼ ਹੀ ਸਾਡੇ ਲਾਗੇ ਨਹੀਂ ਆਈ ਜੀ। ਵੀ ਉਸ ਟਾਈਮ ਤੁਹਾਡੇ ਬਿਲਕੁਲ ਵੀ ਮਨ ਵਿੱਚ ਨਹੀਂ ਆਇਆ ਡਰ ਜੀ? ਕੋਈ ਮਨ 'ਚ ਨਹੀਂ ਆਇਆ ਵੀ ਅਸੀਂ ਮਰ ਜਾਣਾ ਜਾਂ ਕਿਸ ਤਰ੍ਹਾਂ। ਉਸ ਵੇਲੇ ਦੇਖੋ ਇੱਕ ਗੱਲ ਹੋਰ ਤੁਹਾਡੇ ਨਾਲ ਮੈਂ ਸਾਂਝੀ ਕਰਦਾ ਜੀ ਕਿ 4 ਤਰੀਕ ਸ਼ਾਮ ਨੂੰ ਸਾਡੇ ਨਾਲ ਮੇਰੇ ਕੋਲ ਉਸ ਵੇਲੇ ਦੇ ਹੈੱਡ ਗ੍ਰੰਥੀ ਗਿਆਨੀ ਸਾਹਿਬ ਸਿੰਘੂਰੀ ਆਏ ਮੇਰੇ ਕੋਲ ਜੀ। ਹਰ ਕੀ ਪੌੜੀ ਖਲੋ ਕੇ ਮੈਨੂੰ ਕਹਿੰਦੇ ਸੁਰਿੰਦਰ ਸਿੰਘ ਤੇਰੇ ਨਾਲ ਮੈਂ ਕੁਝ ਗੱਲਾਂ ਕਰਨੀਆਂ ਜੀ। ਮੈਂ ਹਾਜ਼ਰ ਹਾਂ, ਕਿਉਂਕਿ ਅਸੀਂ ਬਾਬਾ ਬੁੱਢਾ ਸਾਹਿਬ ਜੀ ਵਾਲੀ ਉਹ ਗੱਦੀ ਸਮਝਦੇ ਜੀ। ਤਾਂ ਉਹਨਾਂ ਨੇ ਕਿਹਾ ਵੀ ਜਿੰਨਾ ਚਿਰ ਸਰੀਰ 'ਚ ਦਮ ਹੈ ਨਾ, ਅਸੀਂ ਅੰਦਰ ਦੀ ਸੇਵਾ ਨਿਭਾਉਣੀ ਹੈ ਜੀ। ਮੈਂ ਜੀ ਠੀਕ ਹੈ ਜੀ। ਮੈਂ ਜੀ 2 ਕੁਐਸਚਨ ਮੈਂ ਤੁਹਾਨੂੰ ਕਰਨੇ। ਅਸੀਂ ਇਸ਼ਨਾਨ ਕਿੱਥੇ ਕਰਾਂਗੇ? ਕਹਿੰਦੇ ਹਰ ਕੀ ਪੌੜੀ ਕੋਈ ਇਸ਼ਨਾਨ ਕਰ ਨਹੀਂ ਸਕਦਾ, ਸਮੇਂ ਨੂੰ ਮੁੱਖ ਰੱਖਦੇ ਹੋਏ ਤੁਸੀਂ ਇਸ਼ਨਾਨ ਕਰ ਸਕਦੇ ਹੋ ਜੀ। ਵੀ ਉਹ ਸਮਾਂ ਇਦਾਂ ਦਾ ਸੀ, ਬਾਹਰ ਨਿਕਲੇ ਗੋਲੀ ਲੱਗ ਜਾਣੀ ਸੀ। ਹਾਂਜੀ। ਦੂਸਰਾ ਮੇਰਾ ਕੁਐਸਚਨ ਸੀ ਵੀ ਬਾਈ ਚਾਂਸ ਰਾਤ ਨੂੰ ਸਾਨੂੰ ਨੀਂਦਰ ਆ ਜਾਏ ਤਾਂ ਅਸੀਂ ਕਿੱਥੇ ਪੈਣਾ ਜੀ? ਕਹਿੰਦੇ ਵੀ ਹਰਿਮੰਦਰ ਸਾਹਿਬ ਕੋਈ ਪੈ ਨਹੀਂ ਸਕਦਾ, ਤੇ ਜੇ ਨੀਂਦਰ ਆ ਜਾਵੇ ਤੁਸੀਂ ਉੱਪਰਲੀ ਮੰਜ਼ਿਲ ਤੇ ਜਾ ਕੇ ਲੰਮੇ ਪੈ ਸਕਦੇ ਹੋ। ਉਸ ਵੇਲੇ ਮੈਂ ਕਿਸੇ ਲਈ ਸੋਚਦਾ ਵਾਂ ਵੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਸਾਡੇ ਕੋਲ ਕਿੰਨੀ ਸੇਵਾ ਲਈ। ਇਸ਼ਨਾਨ ਦੀ ਸੇਵਾ ਅਸੀਂ ਕਰਵਾਉਂਦੇ ਰਹੇ ਅੰਦਰ, ਸੁਖਾਸਨ ਦੀ, ਪ੍ਰਕਾਸ਼ ਦੀ ਸੇਵਾ ਅਸੀਂ ਕਰਦੇ ਰਹੇ ਅੰਦਰ। ਤੇ ਫਿਰ ਜਦੋਂ ਹਰ ਕੀ ਪੌੜੀ ਚੁੱਭੇ ਮਾਰਨ ਦਾ ਟਾਈਮ ਆਇਆ, ਫਿਰ ਅਸੀਂ ਰੱਜ ਕੇ ਟੁੱਬੇ ਮਾਰੇ ਵੀ ਅਸੀਂ ਤੇ ਹੋਣਾ ਮਰੋਗੇ ਜੀ। ਭਾਈ ਸਾਹਿਬ ਗੱਲਾਂ ਤਾਂ ਹੋਰ ਵੀ ਬਹੁਤ ਨੇ ਜਿਹੜੀਆਂ ਅਸੀਂ ਤੁਹਾਡੇ ਤੋਂ ਜਾਣੀਆਂ ਨੇ, ਪਰ ਉਹ ਅਸੀਂ ਅਗਲੇ ਐਪੀਸੋਡ ਵਿੱਚ ਜਾਣਾਂਗੇ। ਅੱਜ ਦਾ ਇਹ ਐਪੀਸੋਡ ਜਿਹੜਾ ਖਤਮ ਕਰਨ ਦਾ ਸਮਾਂ ਹੋ ਗਿਆ। ਬਹੁਤ ਧੰਨਵਾਦ ਆਪ ਜੀ ਦਾ। ਧੰਨਵਾਦ ਦਰਸ਼ਕਾਂ ਦਾ ਵੀ ਸਾਡੇ ਨਾਲ ਜੁੜਨ ਦੇ ਲਈ। ਅਗਲੇ ਐਪੀਸੋਡ ਵਿੱਚ ਫਿਰ ਹਾਜ਼ਰ ਹੋਵਾਂਗੇ ਤੇ ਗੱਲਾਂ ਕਰਾਂਗੇ ਸਾਕਾ ਨੀਲਾ ਤਾਰਿਆਂ ਦਾ ਇਤਿਹਾਸ ਤੋਂ। ਅਸੀਂ ਜਾਣੂ ਹੋਵਾਂਗੇ ਭਾਈ ਸੁਰਿੰਦਰ ਸਿੰਘ ਜੋਧਪੁਰੀ ਜੀ ਦੀ ਜ਼ੁਬਾਨੀ। ਹੁਣ ਤੁਸੀਂ ਮੈਨੂੰ ਮਨਦੀਪ ਕੌਰ ਖਾਲਸਾ ਨੂੰ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।